ਗੁੱਡ ਮਾਰਨਿੰਗ ਫਰੈਂਡਸ। ਅੱਜ ਆਪਾਂ ਟੌਪਿਕ ਡਿਸਕਸ ਕਰਾਂਗੇ ਪਲੀਡਿੰਗ ਦਾ। ਪਲੀਡਿੰਗ ਆਰਡਰ 6 ਦੇ ਵਿੱਚ ਫਾਲ ਕਰਦੇ ਨੇ। ਪਲੀਡਿੰਗ ਦਾ ਮਤਲਬ ਕੀ ਹੁੰਦਾ? ਜਨਰਲੀ ਪਲੇਨ ਟੂ ਰਿਟਨ ਸਟੇਟਮੈਂਟ। ਤੁਹਾਨੂੰ ਵਰਡ ਯੂਜ਼ ਹੁੰਦੇ ਨੇ ਪਲੀਡਿੰਗ ਵਾਸਤੇ, ਠੀਕ ਹੈ ਜੀ। ਮੋਸਟ ਰਿਪੀਟਿਵ ਕੁਐਸਚਨ ਹੈ ਕਿ ਪਲੀਡਿੰਗ ਸੈਕਸ਼ਨ ਆਰਡਰ 6 ਜਿਹੜੀ ਪਲੀਡਿੰਗ ਆ ਉਹ ਕਿਹਦੀ ਗੱਲ ਕਰਦਾ? ਪਲੇਨ ਟੂ ਰਿਟਨ ਸਟੇਟਮੈਂਟ ਦੀ। ਅਗਰ ਰਿਟਨ ਸਟੇਟਮੈਂਟ ਨਹੀਂ ਪ੍ਰੈਜੈਂਟ ਤਾਂ ਆਰਡਰ 8 ਫੋਲੋ ਹੁੰਦਾ, ਰੂਲ 5 ਅਲੋਂਗ ਵਿਦ ਰੂਲ 10, ਮਤਲਬ ਕਿ ਲawful pronouncement of judgment। ਨੈਕਸਟ ਕੀ ਹੈ? ਬੇਸਿਕ ਰੂਲ ਕੀ ਹੈ? ਰੂਲ 2 ਕੀ ਕਹਿੰਦਾ? ਆਰਡਰ 6 ਰੂਲ 2 ਕੀ ਕਹਿੰਦਾ? ਬੇਸਿਕ ਪ੍ਰਿੰਸੀਪਲ ਆਫ ਪਲੀਡਿੰਗ ਕੀ ਹੈ? ਅਕੈਡਮਿਕ ਹੋਣੀ ਚਾਹੀਦੀ ਹੈ, ਓਨਲੀ ਮਟੀਰੀਅਲ ਫੈਕਟ ਨੂੰ ਦੱਸੇ, ਡਰਾਫਟਿੰਗ ਹੋਣੀ ਚਾਹੀਦੀ ਹੈ, ਪੈਰਾਗ੍ਰਾਫ ਬੇਸਡ ਹੋਵੇ, ਲੈਟਰ ਆਫ ਵਰਡਸ ਨੂੰ ਫਿਗਰ, ਡੇਟ, ਸਮ, ਨੰਬਰਸ ਦੇ ਵਿੱਚ ਲਿਖਿਆ ਜਾਵੇ ਤਾਂ ਕਿ ਕਲੀਅਰ ਰਹਿਣ। ਰੂਲ 3 ਤੋਂ 13 ਕੀ ਕਹਿੰਦਾ? ਪਰਟੀਕੂਲਰ ਹੋਣਾ ਚਾਹੀਦਾ, ਪਰਟੀਕੂਲਰ ਇਨ ਰਿਸਪੈਕਟ ਟੂ ਕੁਫਮ ਨਹੀਂ ਅਪਲਾਈ ਹੋਣਾ ਚਾਹੀਦਾ ਜਿਹੜਾ ਇੰਡੀਅਨ ਕੰਟਰੈਕਟ ਐਕਟ ਦਾ, ਜਿਵੇਂ ਕੋਰਜ਼ਨ, ਅਨਡਿਊ ਇਨਫਲੂਐਂਸ, ਫਰੋਡ, ਮਿਸਰੀਪ੍ਰੈਜੈਂਟੇਸ਼ਨ, ਸਪੈਸੀਫਿਕਲੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਆਰਡਰ 14 ਕੀ ਕਲੇਮ ਕਰਦਾ? ਪਲੀਡਿੰਗ ਜਿਹੜੀ ਆ ਉਹ ਸਾਈਨਡ ਹੋਣੀ ਚਾਹੀਦੀ ਹੈ। ਕਿਹਦੇ ਦੁਆਰਾ? ਪਾਰਟੀ ਦੁਆਰਾ ਜਾਂ ਪਲੀਡਰ ਦੁਆਰਾ। ਪ੍ਰੋਵਾਈਜ਼ੋ ਕੀ ਕਹਿੰਦੀ ਹੈ? ਜਾਂ ਫਿਰ ਡਿਊਲੀ ਆਥੋਰਾਈਜ਼ ਪਰਸਨ, ਜਿਹਨੂੰ ਕਿ ਆਥੋਰਾਈਜ਼ ਕੀਤਾ ਗਿਆ, ਜਿਵੇਂ ਮੰਨ ਲਓ ਆਪਾਂ ਜਨਰਲ ਪਾਵਰ ਆਫ ਅਟੋਰਨੀ ਦਿੱਤੀ, ਸਪੈਸ਼ਲ ਪਾਵਰ ਆਫ ਅਟੋਰਨੀ ਦਿੱਤੀ, ਆਥੋਰਾਈਜ਼ ਪਰਸਨ ਵੀ ਕਰ ਸਕਦਾ। ਰੂਲ 15 ਕੀ ਕਹਿੰਦਾ? ਵੈਰੀਫਿਕੇਸ਼ਨ ਆਫ ਪਲੀਡਿੰਗ ਹੋਣੀ ਚਾਹੀਦੀ ਹੈ। ਵੈਰੀਫਿਕੇਸ਼ਨ ਐਫੀਡੇਵਿਟ ਦੀ ਵੀ ਹੁੰਦੀ ਹੈ, ਪਰਸਨ ਦੀ ਵੈਰੀਫਿਕੇਸ਼ਨ ਹੁੰਦੀ ਹੈ। ਵੈਰੀਫਿਕੇਸ਼ਨ ਕਰ ਕੌਣ ਸਕਦਾ? ਜਿਹੜਾ ਕਿ ਫੈਕਟਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਵੈਲ ਐਕੁਆਇੰਟਡ ਹੈ ਫੈਕਟਸ ਦੇ ਨਾਲ। ਸ਼ੈਲ ਰੈਫਰ ਟੂ ਪੈਰਾ ਜਾਂ ਫਿਰ ਪੈਰਾ ਨੂੰ ਵੈਰੀਫਾਈ ਕਰ ਸਕਦਾ। ਸਾਈਨ, ਡੇਟ, ਪਲੇਸ ਨੂੰ ਵੈਰੀਫਿਕੇਸ਼ਨ ਹੋ ਸਕਦੀ, ਸਾਈਨ, ਡੇਟ, ਪਲੇਸ ਲਿਖੀ ਜਾਂਦੀ ਵੈਰੀਫਿਕੇਸ਼ਨ ਕਲੋਜ਼ ਦੇ ਵਿੱਚ। ਅਦਰਵਾਈਜ਼ ਕੀ ਹੈ? ਜਦ ਤੱਕ ਕੋਰਟ ਦੇ ਵਿੱਚ ਅਗਰ ਐਫੀਡੇਵਿਟ ਅਟੈਚ ਨਹੀਂ ਹੈ ਤਦ ਤੱਕ ਕੋਰਟ ਦੇ ਵਿੱਚ ਪਲੀਡਿੰਗ ਜਿਹੜੀ ਹੈ ਪ੍ਰੋਪਰਲੀ ਐਡਮਿਟਡ ਜਾਂ ਸਬਮਿਟਡ ਨਹੀਂ ਹੁੰਦੀ। ਨੈਕਸਟ ਚੀਜ਼ ਜਿਹੜੀ ਹੈਗੀ ਹੈ ਕਿ ਜਦੋਂ ਆਪਾਂ ਪਲੇਨ ਐਂਡ ਰਿਟਨ ਸਟੇਟਮੈਂਟ ਬਣਾਉਂਦੇ ਇਹਦੀ ਕਾਪੀ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਸਟਰਾਈਕ ਆਊਟ ਦੀ ਪਲੀਡਿੰਗ ਕੋਰਟ ਮੇ ਐਟ ਐਨੀ ਸਟੇਜ ਸਟਰਕ ਔਰ ਅਮੈਂਡ ਕਰਵਾ ਸਕਦੀ ਹੈ। ਅਮੈਂਡ ਆਰਡਰ 6 ਰੂਲ 17 'ਚ ਹੁੰਦੀ ਹੈ। ਕਿਸੇ ਵੀ ਮੈਟਰ ਦੁਆਰਾ ਜਿਹੜਾ ਕਿ ਸਕੈਂਡਲਸ ਹੈ, ਫ੍ਰੀਵਲਸ ਹੈ, ਵੈਕਸੇਸ਼ੀਅਸ ਹੈ ਜਾਂ ਪ੍ਰੀਜੂਡਾਈਜ਼ ਹੈ, ਅੰਬੈਰਸ ਔਰ ਡਿਲੇ ਕਰਦਾ ਲਾਅ ਦੀ ਪ੍ਰੋਸੈਸ ਨੂੰ, ਉਸ ਕੇਸ ਦੇ ਵਿੱਚ ਆਪਾਂ ਸਟਰਕ ਕਰ ਸਕਦੇ ਹਾਂ ਪਲੀਡਿੰਗ ਨੂੰ ਜਾਂ ਫਿਰ ਅਮੈਂਡ ਕਰ ਸਕਦੇ ਹਾਂ। ਰੂਲ 7 ਰੈਡ ਵਿਦ 18 ਐਂਡ ਰੂਲ 17 ਅਮੈਂਡਮੈਂਟ ਕੀ ਹੈ? ਕਦੋਂ ਅਮੈਂਡਮੈਂਟ ਆਪਾਂ ਕਰ ਸਕਦੇ ਹਾਂ? ਵੀ ਮੋਸਟ ਰਿਪੀਟਿਵ ਪਾਰਟ ਹੈ ਆਰਡਰ 6 ਦਾ, ਕਿ ਕਿਸੇ ਵੀ ਸਟੇਜ 'ਤੇ ਕਰ ਸਕਦੇ ਹਾਂ, ਕੋਈ ਵੀ ਪਾਰਟੀ ਕਰ ਸਕਦੀ ਹੈ, ਇਹਦੇ ਵਿੱਚ ਆਰਡਰ ਅਮੈਂਡ ਹੋ ਸਕਦਾ। ਪ੍ਰੋਵਾਈਜ਼ੋ ਕੀ ਕਹਿੰਦੀ ਇਹਦੀ? ਕਿ ਜਨਰਲ ਰੂਲ ਕੀ ਹੈ ਕਿ ਇਹ ਜਿਹੜੀ ਅਮੈਂਡਮੈਂਟ ਹੈ ਉਹ ਅਲਾਊਡਡ ਹੈ ਬਿਫੋਰ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ। ਐਕਸੈਪਸ਼ਨ ਕੀ ਹੈ? ਜਾਂ ਫਿਰ ਕੋਰਟ ਕਨਕਲੂਜਨ 'ਤੇ ਪਹੁੰਚਣ ਤੋਂ ਪਹਿਲਾਂ ਕਰ ਸਕਦੀ ਹੈ, ਪਰ ਇਹ ਵਿਲਫੁਲੀ ਡਿਲੇ ਨਹੀਂ ਹੋਣਾ ਚਾਹੀਦਾ, ਪ੍ਰੋਸੈਸ ਨੂੰ ਹਾਰਮ ਨਾ ਕਰਦਾ ਹੋਵੇ। ਜਿਹੜਾ ਵੀ ਮੈਟਰ ਰੇਜ਼ ਕੀਤਾ ਉਹ ਇਫੈਕਟਿਵ ਹੋਣਾ ਚਾਹੀਦਾ। ਕਦੋਂ? ਜਦੋਂ ਮੰਨ ਲਓ ਕੋਰਟ ਨੇ ਅਮੈਂਡਮੈਂਟ ਅਲਾਓ ਕਰ ਦਿੱਤੀ ਤਾਂ ਕਦੋਂ ਤੋਂ ਐਪਲੀਕੇਬਲ ਹੋਏਗੀ? ਉਹ ਬੈਕ ਡੇਟ ਤੋਂ ਐਪਲੀਕੇਬਲ ਹੋਏਗੀ, ਮੰਨ ਲਓ ਜਦੋਂ ਡੇਟ ਆਫ ਇੰਸਟੀਟਿਊਸ਼ਨ ਆਫ ਸੂਟ ਹੈ, ਠੀਕ ਹੈ ਜੀ। ਔਰ ਰੂਲ 18 ਨੂੰ ਜਦੋਂ ਆਪਾਂ ਡੀਲ ਕਰਦੇ ਹਾਂ, ਫੇਲੀਅਰ ਟੂ ਅਮੈਂਡ ਦਾ ਆਰਡਰ ਕਦੋਂ ਹੈ? ਜੇ ਅਗਰ ਟਾਈਮ ਪ੍ਰਿਸਕ੍ਰਾਈਬ ਹੈ ਉਸ ਟਾਈਮ 'ਚ ਨਹੀਂ ਕੀਤਾ, ਰੀਜ਼ਨੇਬਲ ਟਾਈਮ ਹੈ। ਅਗਰ ਟਾਈਮ ਨਹੀਂ ਪ੍ਰਿਸਕ੍ਰਾਈਬ ਦੈਨ 14 ਡੇਜ਼ ਹੈ। ਐਕਸੈਪਸ਼ਨ ਕੀ ਹੈ? ਜਦ ਤੱਕ ਕਿ ਕੋਰਟ ਉਹਨੂੰ ਐਕਸਟੈਂਡ ਨਹੀਂ ਕਰ ਦਿੰਦਾ। ਰੂਲ 7 ਕੀ ਕਹਿੰਦਾ? ਜਨਰਲ ਰੂਲ ਕੀ? ਨੋ ਨਿਊ ਪਲੀਡਿੰਗ ਸ਼ੈਲ ਰੇਜ਼ ਔਨ ਨਿਊ ਗਰਾਊਂਡਸ। ਜਾਂ ਤਾਂ ਜਿਹੜੀ ਵੀ ਪਲੀਡਿੰਗ ਕੀਤੀ ਗਈ ਉਹਨੂੰ ਟੋਟਲੀ ਨਹੀਂ ਅਮੈਂਡ ਕਰ ਸਕਦੇ ਕਿ ਟੋਟਲੀ ਨਵੇਂ ਗਰਾਊਂਡਸ ਦੇ ਉੱਤੇ ਲੈ ਕੇ ਜਾਏ, ਸਿਰਫ ਅਮੈਂਡਮੈਂਟ ਅਲਾਊਡ ਆ ਉਹਦੇ ਵਿੱਚ, ਰਾਈਟ। ਇਹ ਸੀਗਾ ਟੋਟਲ ਆਰਡਰ 6।